साध संगत आप सब माई भाई जितने भी सतगुरु जी की पवित्र हजूरी में पहुंचे हो, सारे अपनी रचना की सफलता वास्ते शब्द विच बोलने की खेचल करो। पहले हिस्से में दास बोलेगा, दूसरे हिस्से में सब भाई, और तीसरे हिस्से में सब बीबियां भी शब्द विच बोल के अपनी रचना पवित्र बनाओ जी। गाओ मेरी रचना कीरत प्रभु की, गाओ मेरी रचना कीरत प्रभु की। गाओ मेरी रचना कीरत प्रभु की, गाओ मेरी रचना कीरत प्रभु की। कीरत प्रभु की, गाओ मेरी रचना, कीरत प्रभु की, गाओ मेरी रचना। कीरत प्रभु की, गाओ मेरी रचना, कीरत प्रभु की, गाओ मेरी रचना। गाओ मेरी रचना कीरत प्रभु की, गाओ मेरी रचना कीरत प्रभु की। कीरत प्रभु की, गाओ मेरी रचना, अनक बार कर बंधन संतन, ऊहा चरण गोबिंद जी के बसना। अनक भांत कर द्वार ना पावों, होए कृपाल ता हर हर त्यावों।
ਕੋਟ ਕਰਮ ਕਰ ਦੇ ਨਾ ਸੋਧਾ। ਸਾਧ ਸੰਗਤ ਮੈਂ ਮਨ ਪ੍ਰਬੋਧਾ। ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ। ਨਾਮ ਲੈਤ ਸਰਬ ਸੁਖ ਪਾਇਆ। ਪਾਰ ਬ੍ਰਹਮ ਜਬ ਭਏ ਦਇਆਲ। ਕਹੋ ਨਾਨਕ ਤਾਉ ਛੁਟੇ ਜੰਜਾਲ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। 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 ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਸਾਧ ਸੰਗਤ, ਕਾਫੀ ਸਮੇਂ ਤੋਂ ਆਪ ਗੁਰੂ ਚਰਨਾਂ ਨਾਲ ਜੁੜੇ ਬੈਠੇ ਹੋ। ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਹੁਣ ਰਹਿੰਦੇ ਸਮੇਂ ਤੋਂ ਲਾਭ ਉਠਾਉਣ ਦਾ ਯਤਨ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰ ਦਿਓ, ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵਸ ਜਾਵੇ। ਹਾਂ, ਜੋ ਆਪਣਾ ਪਿੱਛੇ ਪ੍ਰਕਰਣ ਚੱਲ ਰਿਹਾ ਹੈ, ਗੁਰੂ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨਮ ਗਵਾਏ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਉਠ ਲੋਭ ਮੇਕਿਆਂ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਉਠ ਲੋਭ ਮੇਕਿਆਂ ਨੂੰ।
ਬਿਨਾ ਗੁਰਾਂ ਤੋਂ ਮੁਕਤ ਨਾ, ਮੁਕਤ ਨਾ ਹੋਵੇ। ਪੁੱਛ ਲੋ ਵਿਵੇਕੀਆਂ ਨੂੰ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ। ਪੁੱਛ ਲੋ ਵਿਵੇਕੀਆਂ ਨੂੰ। ਮੇਰੇ ਪਿਆਰੇ ਪੁੱਛ ਲੋ ਵਿਵੇਕੀਆਂ ਨੂੰ, ਮੇਰੇ ਪਿਆਰੇ ਪੁੱਛ ਲੋ ਵਿਵੇਕੀਆਂ ਨੂੰ। ਵਾਹ 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 ਪੁੱਛ ਲੋ ਵਿਵੇਕੀਆਂ, ਵਾਹ 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 ਪੁੱਛ ਲੋ ਵਿਵੇਕੀਆਂ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ। ਪੁੱਛ ਲੋ ਵਿਵੇਕੀਆਂ ਨੂੰ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ। ਪੁੱਛ ਲੋ ਵਿਵੇਕੀਆਂ ਨੂੰ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕੀ ਜਿਨ੍ਹਾਂ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਉਹਨਾਂ ਦੇ ਵਿੱਚ ਭਗਤ ਵੀ ਹੋ ਸਕਦੇ ਨੇ, ਪਹਿਲਿਆਂ ਯੁੱਗਾਂ ਦੇ ਰਿਸ਼ੀ ਮੁਨੀ ਵੀ ਹੋ ਸਕਦੇ ਹਨ। ਇਸੇ ਕਰਕੇ ਸਤਿਗੁਰੂ ਜੀ ਨੇ ਪੌਰਾਣਿਕ ਇਤਿਹਾਸ ਵਿੱਚ ਵੀ ਉਦਾਹਰਣਾਂ ਦਿੱਤੀਆਂ ਨੇ ਨਾ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੈ ਕੋਈ। ਨਾਰਦ ਤੋਂ ਪੁੱਛ ਲਓ, ਬ੍ਰਹਮਾ ਦੇ ਪਾਸੋਂ ਪੁੱਛ ਲਓ, ਵੇਦ ਵਿਆਸ ਜੀ ਪਾਸੋਂ ਪੁੱਛ ਲਓ। ਬਗੈਰ ਗੁਰੂ ਧਾਰਨ ਕੀਤਿਆਂ ਅਜੇ ਤੱਕ ਕਿਹਦੀ ਕਲਿਆਣ ਹੋਈ ਹੈ? ਨਾਮਾ ਛਿੰਬਾ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ। ਨਾਮਦੇਵ ਜੀ ਪਾਸੋਂ ਪੁੱਛ ਲਓ, ਕਬੀਰ ਜੀ ਪਾਸੋਂ ਪੁੱਛ ਲਓ, ਭਗਤ ਫਰੀਦ ਜੀ ਪਾਸੋਂ ਪੁੱਛ ਲਓ। ਜਿਨ੍ਹਾਂ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ, ਉਹਨਾਂ ਨੇ ਵੀ ਗਤ ਨਾਮ ਮੁਕਤੀ ਦਾ ਹੈ। ਇਹ ਮੁਕਤੀ ਜਾਂ ਗਿਆਨ ਅਵਸਥਾ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਦੁਆਰਾ ਹੀ ਹਾਸਲ ਕੀਤੀ ਹੈ। ਆਪਾਂ ਉਦਾਹਰਣ ਲਈ ਹੈ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ। ਉਹਨਾਂ ਦਾ ਪਹਿਲਾ ਜੀਵਨ, ਅਜੇ ਆਪ ਗੁਰੂ ਸ਼ਰਨ ਵਿੱਚ ਨਹੀਂ ਆਏ,
ਹਾਲਾਂਕਿ ਬਹੁਤ ਸਾਰੇ ਸ੍ਰੇਸ਼ਟ ਕਰਮਾਂ ਵਿੱਚ ਵੀ ਪ੍ਰਵਿਰਤ ਨੇ। ਇੱਕ ਦੋ ਪਹਿਰੇਦਾਰ ਭਾਈ ਪਿੱਛੇ ਖੜ ਜਾ ਕਰੋ, ਇੱਕ ਅੱਧਾ ਪਹਿਰੇਦਾਰ ਪਿੱਛੇ ਬੱਚੇ ਰੌਲਾ ਪਾਈ ਜਾਂਦੇ ਨੇ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ। ਆਪ ਹਾਲਾਂਕਿ ਇਤਨੇ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹਨ, ਨਿੰਦਨੀਆਂ ਕਰਮਾਂ ਤੋਂ ਵੀ ਦੂਰ ਰਹਿੰਦੇ ਹਨ, ਤੀਰਥ ਯਾਤਰਾ ਵੀ ਕਰਦੇ ਹਨ, ਇੱਕ ਪੱਕੀ ਮਾਲਾ ਰੋਜ਼ ਖੋੜ ਸਮੰਤਰ ਦੀ ਵੀ ਫੇਰਦੇ ਹਨ, ਪਰ ਫਿਰ ਵੀ ਆਪਣੇ ਅੰਦਰ ਕੋਈ ਘਾਟ ਮਹਿਸੂਸ ਕਰ ਰਹੇ ਹਨ। ਉਸ ਘਾਟ ਦਾ ਅਹਿਸਾਸ ਹੋਇਆ ਉਸ ਬ੍ਰਹਮਚਾਰੀ ਦੇ ਮਿਲਾਪ ਨਾਲ। ਜਿਹਦੇ ਪਾਸੋਂ ਇਹ ਹਕੀਕਤ ਸੁਣੀ, ਬਜ਼ੁਰਗਾ ਮੈਂ ਤੇਰਾ ਬੀਬਾ ਦਾੜਾ ਦੇਖ ਕੇ ਭੁੱਲ ਗਿਆ, ਤੇਰੇ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢੇਪਾ ਖਾ ਗਿਆ, ਅੱਗੇ ਮੌਤ ਮੂੰਹ ਅੱਡੀ ਖੜੀ ਹੈ, ਅਜੇ ਤੱਕ ਨਗੁਰਾਈ ਹੈ। ਉਹ ਸਾਰ ਸੰਗਤ ਹਿਰਦਾ ਨਰਮ ਸੀ। ਕੁਝ ਜਿਹੜੇ ਸਤਪੁਰਸ਼ਾਂ ਜਾਂ ਗੁਰੂ ਪੀਰਾਂ ਦੇ ਵਚਨ, ਉਹਨਾਂ ਦਾ ਅਸਰ ਹੀ ਨਰਮ ਹਿਰਦਿਆਂ ਪਰ ਹੁੰਦਾ ਹੈ। ਜਿਹੜੇ ਬੱਜਰ ਹਿਰਦੇ ਨੇ, ਮਨ ਮੂਰਖ ਅਜੂਨ ਹੈ, ਸਮਝਤ ਸਿੱਖ ਦੈ ਹਾਰਿਓ ਨੀਤ। ਆਮ ਕਹਾਵਤ ਹੈ ਵੀ ਪੱਥਰ ਤੇ ਬੂੰਦ ਜਿਹੋ ਜਿਹੀ ਪਈ, ਜਿਹੋ ਜਿਹੀ ਨਾ ਪਈ। ਪਰ ਸਤਿਪੁਰਸ਼ ਗੁਰੂ ਪੀਰ ਸਮਝਾਉਂਦੇ ਰਹਿਣ, ਪਏ ਗੁਰੂ ਪੀਰ ਪੁਕਾਰਦੇ ਰਹਿਣ, ਪਰ ਉਹਨਾਂ ਦੇ ਗੱਲ ਖਾਨੇ ਬੈਠਦੀ ਹੀ ਨਹੀਂ। ਪਰ ਜਿਨ੍ਹਾਂ ਦੇ ਹਿਰਦੇ ਹੁੰਦੇ ਨੇ ਨਰਮ, ਉਹਨਾਂ ਵਾਸਤੇ ਤਾਂ ਇਸ਼ਾਰਾ ਹੀ ਬਹੁਤ ਹੁੰਦਾ। ਕਿਤਨਾ ਕੁ ਲੰਮਾ ਚੌੜਾ ਉਪਦੇਸ਼ ਦਿੱਤਾ ਸੀ ਉਸ ਬ੍ਰਹਮਚਾਰੀ ਨੇ, ਬਸ ਪਹਿਲੀ ਵਾਰੀ ਉਹਦੇ ਪਾਸੋਂ ਇਹ ਗੱਲ ਸੁਣਨ ਵਾਸਤੇ ਮਿਲੀ ਹੈ ਵੀ ਬਜ਼ੁਰਗਾ, ਨਿਗੁਰਾਪਣ ਤੇ ਇੱਕ ਲਾਹਨਤ ਹੈ। ਨਿਗੁਰੇ ਪੁਰਸ਼ਾਂ ਨੂੰ ਤਾਂ ਅੱਗੇ ਮਨੁੱਖਾ ਦੇਹ ਵੀ ਨਹੀਂ ਮਿਲਦੀ, ਕਲਿਆਣ ਤੇ ਬਹੁਤ ਦੂਰ ਦੀ ਗੱਲ ਹੈ। ਮੈਂ ਤੇਰੀ ਨਿਗੁਰੇ ਦੀ ਸੰਗਤ ਕਰਦਾ ਰਿਹਾ, ਤੇਰੇ ਘਰ ਦਾ ਨਿਤਨੇ ਇੰਨੇ ਦਿਨ ਅੰਨ ਜਲ ਛਕਦਾ ਰਿਹਾ,
ਯਾਤਰਾ ਦੌਰਾਨ ਰਸਤੇ ਦੇ ਵਿੱਚ ਤੇਰੀ ਝੂਠੀ ਪੰਜੀਰੀ ਖਾਂਦਾ ਰਿਹਾ, ਮੈਂ ਤੇ ਆਪਣੇ ਕੀਤੇ ਕਰਮ ਧਰਮ ਸਾਰੇ ਵਿਅਰਥ ਹੀ ਗਵਾ ਲਏ। ਨਿਗੁਰੇ ਕੋ ਸੰਗੀ ਭਇਓ ਕੀਓ ਖਾਨ ਰੂਪਾਨ, ਪੁੰਨ ਅਕਾਰਥ ਸਭ ਗਏ ਮੁਝ ਚਿੰਤ ਮਹਾਨ। ਫਿਰ ਸਾਰ ਸੰਗਤ ਐਸਾ ਉਹਨਾਂ ਵਚਨਾਂ ਦਾ ਬਾਬਾ ਅਮਰਦਾਸ ਜੀ ਦੇ ਮਨ ਤੇ ਅਸਰ ਹੋਇਆ, ਬਸ ਪ੍ਰਤਿਗਿਆ ਕਰ ਲਈ। ਉਹ ਬ੍ਰਹਮਚਾਰੀ ਤੇ ਕੁਝ ਆਪਣੇ ਆਪ ਨੂੰ ਕੋਸਦਾ ਹੋਇਆ ਔਰ ਕੁਝ ਬਾਬਾ ਅਮਰਦਾਸ ਜੀ ਨੂੰ ਕੋਸਦਾ ਹੋਇਆ ਉੱਥੋਂ ਰੁਖਸਤ ਹੋ ਗਿਆ। ਉਸਨੇ ਤੇ ਆਪਣਾ ਡੇਰਾ ਕੂਚ ਕਰ ਦਿੱਤਾ, ਰਾਤ ਵੀ ਨਾ ਉਡੀਕੀ। ਪਰ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਉਹਦੇ ਬਚਨ ਗੂੰਜਦੇ ਰਹੇ। ਹਾਂ, ਪ੍ਰਤਿਗਿਆ ਕਰ ਲਈ ਵੀ ਹੁਣ ਤੱਕ ਤੇ ਮੈਂ ਆਪਣਾ ਸਮਾਂ ਵਿਅਰਥ ਗਵਾ ਦਿੱਤਾ ਨਿਗੁਰੇ ਪਣੇ ਦੇ ਵਿੱਚ। ਕਰਮਹੀਣ ਇਮ ਮੈਂ ਰਹਿਓ ਅਬ ਸਤਿਗੁਰ ਪਾਊਂ, ਹੁਣ ਮੈਂ ਗੁਰੂ ਦੀ ਤਲਾਸ਼ ਕਰਾਂਗਾ। ਜੇ ਤੇ ਗੁਰੂ ਦਾ ਮਿਲਾਪ ਹੋ ਗਿਆ, ਵਾਹ ਵਾਹ ਮੇਰੇ ਉਹ ਭਾਗ। ਔਰ ਜੇ ਪੂਰੇ ਗੁਰੂ ਦਾ ਮਿਲਾਪ ਨਾ ਹੋਇਆ, ਨਾ ਤੁਰ ਤਜ ਕੈ ਅੰਨ ਜਲ ਨਿਜ ਤਨ ਬਿਨਸਾਂ। ਇਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ ਬਾਬਾ ਅਮਰਦਾਸ ਜੀ ਦੀ ਪ੍ਰਤਿਗਿਆ ਦਾ, ਵੀ ਜੇ ਗੁਰੂ ਦਾ ਮਿਲਾਪ ਨਾ ਹੋਇਆ, ਅੰਨ ਜਲ ਦਾ ਤਿਆਗ ਕਰਕੇ ਆਪਣੇ ਪ੍ਰਾਣਾਂ ਦਾ ਘਾਤ ਕਰ ਲਵਾਂਗਾ। ਸਾਧ ਸੰਗਤ ਜਦੋਂ ਇਰਾਦਾ ਮਜ਼ਬੂਤ ਹੋਵੇ ਨਾ, ਫਿਰ ਪਰਮਾਤਮਾ ਵੀ ਕੋਈ ਨਾ ਕੋਈ ਬਣਤ ਬਣਾ ਦਿੰਦਾ ਹੈ। ਮਨ ਦੇ ਵਿੱਚ ਗੁਰੂ ਦੇ ਮਿਲਾਪ ਦੀ ਸਿੱਖ ਸੀ, ਮਨ ਉਤਾਵਲਾ ਸੀ ਗੁਰੂ ਦੇ ਮਿਲਾਪ ਵਾਸਤੇ। ਔਰ ਦੂਸਰੇ ਅਸਰ ਹੋ ਗਿਆ ਉਸ ਬ੍ਰਹਮਚਾਰੀ ਦੇ ਬੋਲੇ ਹੋਏ ਬਚਨਾਂ ਦਾ, ਵੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਾ ਭਰਿਆ ਕਰੇਜੇ ਛੇਕ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ। 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 ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਹਾਂ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰੀਆ। ਜਨ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰੀਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਣਿਆਲੇ ਧੀਰ।
ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਜੋ ਪਿਆਸ ਹੋਵੇ ਨਾ ਗੁਰੂ ਦੇ ਦਰਸ਼ਨਾਂ ਦੀ, ਗੁਰੂ ਦੇ ਮਿਲਾਪ ਦੀ, ਬਸ ਫਿਰ ਤੇ ਇੱਕ ਹੀ ਵਚਨ ਬਹੁਤ ਹੁੰਦਾ ਹੈ ਸਤਿਪੁਰਸ਼ਾਂ ਦਾ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਬਰ ਕੇ ਜਾਣੈ ਕੋ ਪੀਰ ਪਰਈਆ। ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗਿਆ ਸੋਈ, ਜਿਸ ਤਨ ਲੱਗਿਆ ਸੋਈ ਤਨ ਜਾਣੇ। ਹਾਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਮੇਰੇ ਪਿਆਰੇ ਕਿਸੇ ਦੀ ਲੱਗੀ ਕੌਣ ਜਾਣਦਾ। ਮੇਰੇ ਪਿਆਰੇ ਕਿਸੇ ਦੀ ਲੱਗੀ ਕੌਣ ਜਾਣਦਾ। ਵਾਹ 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 ਕਿਸੇ ਦੀ ਲੱਗੀ ਕੌਣ ਜਾਣਦਾ। ਵਾਹ 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 ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗਿਆ ਸੋਈ ਤਨ, ਕਿਸੇ ਦੀ ਲੱਗੀ ਕੌਣ ਜਾਣਦਾ। ਸਾਧ ਸੰਗਤ ਜਦੋਂ ਐਸੀ ਅੰਦਰ ਗੁਰੂ ਕੇ ਮਿਲਾਪ ਵਾਸਤੇ ਸਿੱਖ ਪੈਦਾ ਹੋ ਗਈ, ਗੁਰੂ ਕੇ ਦਰਸ਼ਨਾਂ ਦੀ ਪਿਆਸ ਜਾਗ ਪਈ, ਐਸੀ ਪ੍ਰਤਿਗਿਆ ਕਰ ਲਈ ਕਿ ਜਿੰਨੀ ਦੇਰ ਤੱਕ ਗੁਰੂ ਦਾ ਮਿਲਾਪ ਨਹੀਂ ਹੋਵੇਗਾ ਉਨੀ ਦੇਰ ਅੰਨ ਜਲ ਹੀ ਨਹੀਂ ਛਕਣਾ।
ਫਿਰ ਅਕਾਲ ਪੁਰਖ ਵਾਹਿਗੁਰੂ ਨੇ ਬਣਤ ਵੀ ਬਣਾ ਦਿੱਤੀ। ਦਰਅਸਲ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ। ਜਿਨ੍ਹਾਂ ਦਾ ਰੋਜ਼ ਦਾ ਨਿਯਮ ਸੀ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਆਦਿ ਕਰਨਾ, ਸਿਮਰਨ ਨੂੰ ਜੁੜ ਕੇ ਬੈਠਣਾ, ਫਿਰ ਆਪਣੇ ਘਰ ਦੇ ਵਿਹਾਰ ਕਾਰ ਸ਼ੁਰੂ ਕਰ ਦੇਣੇ, ਨਾਲ ਬਾਣੀ ਦਾ ਪਾਠ, ਬਾਣੀ ਦਾ ਜਾਪ ਸ਼ੁਰੂ ਕਰ ਦੇਣਾ। ਅੱਜ ਇੱਧਰ ਤੇ ਬਾਬਾ ਅਮਰਦਾਸ ਜੀ ਬੈਠੇ ਨੇ ਮਕਾਨ ਦੀ ਛੱਤ ਦੇ ਉੱਪਰ। ਉਸੇ ਤਰ੍ਹਾਂ ਉਸ ਬ੍ਰਹਮਚਾਰੀ ਦੇ ਬੋਲਦੇ ਹੋਏ ਵਚਨ ਕੰਨਾਂ ਵਿੱਚ ਗੂੰਜਦੇ ਰਹੇ। ਬੈਠਿਆਂ ਬੈਠਿਆਂ ਪਹਿਰ ਰਾਤ ਗੁਜ਼ਰ ਗਈ, ਅੱਧੀ ਰਾਤ ਗੁਜ਼ਰ ਗਈ, ਰਾਤ ਦੇ 3 ਪਹਿਰ ਗੁਜ਼ਰ ਗਏ, ਪਰ ਨੀਂਦ ਨਾ ਪਈ। ਉਹ ਸਾਧ ਸੰਗਤ ਸਿਆਣੇ ਪੁਰਸ਼ਾਂ ਦਾ ਕਥਨ ਹੈ ਕਿ ਵੈਰਾਗੀ ਪੁਰਸ਼ਾਂ ਨੂੰ ਪੂਰੀ ਤਰ੍ਹਾਂ ਨੀਂਦ ਨਹੀਂ ਪਿਆ ਕਰਦੀ। ਮੈਂ ਨੈਣੀ ਨੀਂਦ ਨਾ ਆਵੈ, ਜੀਓ ਭਾਵੈ ਅੰਨ ਨਾ ਪਾਣੀ। ਅੰਨ ਜਲ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਮਿਲ ਮੇਰੇ ਪ੍ਰੀਤਮਾ ਜੀਓ, ਹਾਂ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੈ, ਜੀਓ ਭਾਵੈ ਅੰਨ ਨਾ ਪਾਣੀ। ਸੁਣ ਨਾ ਪ੍ਰਭੂ ਜੀਓ, ਇਹ ਕੱਲੜੀ ਬਨ ਮਾਹੇ। ਕਿਉਂ ਧੀ ਰਹਿ ਗਈ ਨਾ ਬਿਨਾ, ਪ੍ਰਭ ਵੇ ਪ੍ਰਵਾਹੇ। ਧਨ ਨਾ ਬਾਝੋਂ ਰਹਿ ਨਾ ਸਕੈ, ਬਿਖਮ ਰੈਣ ਘਨੇਰੀਆ। ਨਹਿ ਨੀਂਦ ਆਵੈ ਪ੍ਰੇਮ ਭਾਵੈ, ਸੁਣ ਬੇਨੰਤੀ ਮੇਰੀਆ। ਰਿਣੀ ਕੁਮਾਰੀ ਕੋ ਪਿਤਾ। ਸਾਰ ਕੁਤਾਬੜੀ ਦਾ ਕਰਤਾ ਕਹਿੰਦਾ ਹੈ ਕਿ ਕਿਸੇ ਨੇ ਕਰਜ਼ਾ ਦੇਣਾ ਹੋਵੇ ਨਾ ਕਿਸੇ ਦਾ, ਫਿਕਰ ਵਿੱਚ ਉਸ ਨੂੰ ਨੀਂਦ ਨਹੀਂ ਆਇਆ ਕਰਦੀ। ਕਿਸੇ ਦੇ ਘਰ ਵਰ ਪ੍ਰਾਪਤ ਕੰਨਿਆ ਹੋਵੇ, ਉਸ ਨੂੰ ਨੀਂਦ ਨਹੀਂ ਆਉਂਦੀ ਜਿੰਨੀ ਦੇਰ ਤੱਕ ਵਰ ਨਾ ਮਿਲੇ। ਔਰ ਕਿਸੇ ਦੇ ਸਿਰ ਤੇ ਵੈਰੀ ਹੋਵੇ, ਕਿਸੇ ਨਾਲ ਦੁਸ਼ਮਣੀ ਹੋਵੇ, ਡਰ ਦੇ ਮਾਰੇ ਕਈ ਵਾਰ ਉਸ ਨੂੰ ਵੀ ਨੀਂਦ ਨਹੀਂ ਪਿਆ ਕਰਦੀ। ਰਿਣੀ ਕੁਮਾਰੀ ਕੋ ਪਿਤਾ, ਜੇ ਸਿਰ ਵੈਰੀ ਹੋਏ। ਇਨ तीनों के नैन में निंद्रा कभी ना होए। ये तिन्ने कभी सौंदे नहीं। वो सार संगत इसी तरह वैरागी पुरुष भी नहीं सौंदे, उन्होंने भी नींद नहीं पैंदी। बैठिया बैठिया सारी रात गुजर गई, 1 पहर गुजर गया, 2 पहर गुजर गए, 3 पहर गुजर गए, अमृत वेला हो गया। आप उस तरह बैठे रहे अपनी चारपाई के उपर। गर्मी की रुत है, मकान की छत के उपर मंडा चाढ़ रखिया है। जो सारी रात बतीत हो गई, उस तरह इधर बीबी अमरू जी अमृत वेले रोज़ के नियम अनुसार सावधान होए, इशनान आदि करके पहलां ते वाहिगुरू मंत्र का अभ्यास किया, फिर बाणी का जाप शुरू कर दिता। अमृत वेला है, बीबी अमरू जी जबान नाल बोल के बाणी पढ़ रहे हैं। हाँ, भावें उन्हों का ये नियम तो रोज़ का ही सी, पर अज साध संगत तो वक्त आ गया है। वो सबब बना दिता है परमात्मा ने। बाणी रूपी अमृत की आवाज़ आप दे भी कन्नां विच पैनी शुरू हुई। बाणी अमृत रूप है, जिस दे कन्नां विच भी पै जावे ना, ये तो मुर्दा रूहां नूं भी जिंदगी बख्श दिंदी है। अमृत बाणी हर हर तेरी, सुन सुन होवै परमगत मेरी। जलन बुझी शीतल होए मनुआ, सतगुर का दर्शन पाए जियो। हाँ, बीबी अमरो जी जो अपना घर का विहार कार शुरू कर देंदे हन, जो बीबियां दा घरां विच काम हुंदा है, चक्की पीसनी या उन्हां समयां विच दुੱਧ रिड़कना इत्यादि अपना कामकार भी शुरू कर दिता। नाल नाल बाणी का जाप भी, साहिब गुरु नानक देव जी महाराज की पवित्र बाणी श्री जपजी साहिब का पाठ किया, श्री आसा दी वार का पाठ शुरू कर दिता। हुण सार संगत गुरबाणी विच ते थां थां ते गुरु दी ही महिमा है।
ਆਪਾਂ ਜੇ ਗੁਰਬਾਣੀ ਦਾ ਅਧਿਐਨ ਕਰੀਏ, ਜਾਂ ਤੇ ਗੁਰਬਾਣੀ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ, ਗੁਰੂ ਦੀ ਵਡਿਆਈ, ਪਰਮੇਸ਼ਰ ਦੇ ਨਾਮ ਦੀ ਮਹਿਮਾ ਔਰ ਨਾਮ ਜਪਣ ਵਾਲਿਆਂ ਦਾ ਜਸ। ਬੀਬੀ ਅਮਰੋ ਜੀ ਨੇ ਜਦੋਂ ਬਾਣੀ ਦਾ ਜਾਪ ਸ਼ੁਰੂ ਕੀਤਾ, ਆਵਾਜ਼ ਪਈ ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ, ਬਲਿਹਾਰੀ ਗੁਰ ਆਪਣੇ, ਗੁਰੂ ਤੋਂ ਬਲਿਹਾਰ ਜਾਵਾਂ। ਦਿਹਾੜੀ ਸਦ ਵਾਰ, ਦਿਹਾੜੀ ਦੇ ਵਿੱਚ 100 ਵਾਰ, ਬਲਕਿ ਸਦਾ ਹੀ ਬਲਿਹਾਰ ਜਾਵਾਂ। ਕਿਸ ਗੁਰੂ ਤੋਂ? ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨਾ ਲਾਗੀ ਵਾਰ। ਜਿਸ ਗੁਰੂ ਨੇ ਐਸੀ ਬਖਸ਼ਿਸ਼, ਐਸੀ ਕਿਰਪਾ ਕੀਤੀ, ਇਨਸਾਨਾਂ ਨੂੰ, ਬੰਦਿਆਂ ਨੂੰ ਦੇਵਤੇ ਬਣਾ ਦਿੱਤਾ। ਉਹ ਸਾਧ ਸੰਗਤ ਬੰਦਿਆਂ ਦੇ ਵਿੱਚ ਰਾਖਸ਼ ਵੀ ਨੇ, ਦੇਵਤੇ ਵੀ ਨੇ। ਸ਼ਕਲ ਸਾਰਿਆਂ ਦੀ ਇਨਸਾਨਾਂ ਵਾਲੀ ਹੀ ਹੈ, ਪਰ ਜਿਨ੍ਹਾਂ ਨੇ ਆਸਰੀ ਗੁਣ ਧਾਰਨ ਕੀਤੇ ਹਨ, ਉਹਨਾਂ ਨੂੰ ਲੋਕੀ ਰਾਖਸ਼ ਕਹਿ ਦਿੰਦੇ ਹਨ, ਦੈਂਤ ਕਹਿ ਦਿੰਦੇ ਹਨ। ਜਿਨ੍ਹਾਂ ਨੇ ਦੈਵੀ ਗੁਣ ਧਾਰਨ ਕੀਤੇ ਹਨ, ਉਹਨਾਂ ਨੂੰ ਲੋਕੀ ਦੇਵਤੇ ਕਹਿ ਦਿੰਦੇ ਹਨ। ਰਾਖਸ਼ਾਂ ਦੇ ਕੋਈ ਸਿੰਘ ਨਹੀਂ ਹੁੰਦੇ, ਔਰ ਦੇਵਤਿਆਂ ਦੇ ਕੋਈ ਖੰਭ ਨਹੀਂ ਲੱਗੇ ਹੁੰਦੇ ਵੀ ਸਿੱਧਾ ਹੀ ਅਸਮਾਨ ਤੋੜ ਕੇ ਆਏ ਹੁਣ ਸੰਸਾਰ 'ਤੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਹਨ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਕੋ ਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਿਨ ਕਉ ਸਭ ਧਰਹੀ। ਜਿਹੜੇ ਕੁਕਰਮਾਂ ਵਿੱਚ ਪ੍ਰਵਿਰਤ ਹਨ, ਸਾਰਾ ਸੰਸਾਰ ਉਹਨਾਂ ਨੂੰ ਰਾਖਸ਼ ਕਹਿਣਾ ਸ਼ੁਰੂ ਕਰ ਦਿੰਦਾ ਹੈ। ਹਾਂ, ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ ਇਹ ਹੈ, ਪਸ਼ੂ ਪ੍ਰੇਤੋਂ ਦੇਵ ਕਰ, ਪੂਰੇ ਸਤਿਗੁਰ ਕੀ ਵਡਿਆਈ। ਪੂਰੇ ਸਤਿਗੁਰ ਦੀ ਹੈ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ। ਪੂਰੇ ਸਤਿਗੁਰ ਦੀ ਹੈ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ। ਪੂਰੇ ਸਤਿਗੁਰ ਲਿਏ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ। ਪੂਰੇ ਸਤਿਗੁਰ ਦੀ ਹੈ ਵਡਿਆਈ, ਹਾਂ ਪਸ਼ੂਆਂ ਤੋਂ ਕੀਤੇ ਦੇਵਤੇ। ਪਸ਼ੂ ਪ੍ਰੇਤੋਂ ਦੇਵ ਕਰ, ਪੂਰੇ ਸਤਿਗੁਰ ਕੀ ਵਡਿਆਈ। ਬਲਿਹਾਰੀ ਗੁਰ ਆਪਣੇ, ਦਿਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਤੋ ਸਾਰ ਸੰਗਤ ਠੀਕ ਹੈ, ਭਾਵੇਂ ਉਸ ਵੇਲੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਆਸਾ ਦੀ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ ਸਨ, ਪਰ ਫਿਰ ਵੀ ਇਹ ਬਾਣੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੀ ਹੈ ਨਾ। ਜੇ ਆਪਾਂ ਪੌੜੀਆਂ ਦੀ ਬਾਬਤ ਹੀ ਵਿਚਾਰ ਕਰੀਏ, ਗੁਰੂ ਦੀ ਕਿਤਨੀ ਉਪਮਾ, ਕਿਤਨੀ ਵਡਿਆਈ ਸਤਿਗੁਰੂ ਜੀ ਨੇ ਉੱਥੇ ਬਿਆਨ ਕੀਤੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਗੁਰੂ ਦੀ ਕਿਰਪਾ ਦੁਆਰਾ ਕਿਸੇ ਨੇ ਅੱਜ ਤੱਕ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੀ ਨਹੀਂ। ਗੁਰੂ ਦੇ ਵਿੱਚ ਹੀ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ
ਸਤਿਗੁਰ ਵਿੱਚ ਆਪ ਰੱਖਿਓਨ। ਉਹ ਗੁਰੂ ਦੇ ਵਿੱਚ ਨਹੀਂ ਹੋ ਕੇ ਵਰਤਦਾ ਹੈ ਸੰਸਾਰ ਤੇ। ਸਤਿਗੁਰੂ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ। ਇਹਨੇ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜਾ ਲੱਗੇ ਡੁੱਬੇ, ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਹਿ ਥਾ, ਗੁਰੂ ਜਹਾਜ਼ ਰੂਪ ਹੈ। ਜੀਵ ਨੂੰ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਗੁਰ ਜਹਾਜ਼ ਖੇਵਟ ਗੁਰੂ। ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ। ਗੁਰ ਬਿਨ ਮੁਕਤ ਨਾ ਹੋਏ। ਸਤਿਗੁਰੂ ਹੈ ਬੋਹਿ ਥਾ, ਵਿਰਲਾ ਵਿਰਲਾ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਜਿਹਦੇ ਉੱਪਰ ਗੁਰੂ ਤਰੁੱਟ ਪਵੇ, ਰਹਿਮਤ ਦੇ ਘਰ ਵਿੱਚ ਆ ਜਾਵੇ, ਫਿਰ ਉਸ ਨੂੰ ਸੰਸਾਰ ਦੇ ਸਮੁੰਦਰ ਤੋਂ ਆਪਣੇ ਚਰਨਾਂ ਦਾ, ਆਪਣੇ ਸ਼ਬਦ ਦਾ ਆਸਰਾ ਦੇ ਕੇ ਪਾਰ ਲੰਘਾ ਦਿੰਦਾ। ਉਸ ਨੂੰ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਸਤਿਗੁਰੂ ਹੈ ਬੋਹਿ ਥਾ, ਵਿਰਲਾ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤਿਗੁਰ ਵੱਡਾ ਕਰਸਾ ਲਾਹੀ ਹੈ। ਉਹ ਸਾਰ ਸੰਗਤ ਵੈਸੇ ਤੇ ਆਪਣੇ ਆਪਣੇ ਗੁਰੂ ਪੀਰਾਂ ਦੀ ਹਰ ਕੋਈ ਉਪਮਾ, ਹਰ ਕੋਈ ਵਡਿਆਈ ਕਰਦਾ ਹੈ। ਫਿਰ ਆਪਣੇ ਤੇ ਸਮਰੱਥ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹਨਾਂ ਦੀ ਜਿੰਨੀ ਵੀ ਵਡਿਆਈ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ। ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੈ। ਤਾਂ ਨਦਰੀ ਆਈਆਂ ਜਾਤ ਸੁਭਾਣਾ, ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ। ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ। ਗੁਰੂ ਨੇ ਤੇ ਆਪਣਾ ਮਿਹਰ ਭਰਿਆ ਜਗਿਆਸੂ ਦੇ ਸਿਰ ਤੇ ਹੱਥ ਹੀ ਰੱਖਣਾ ਹੈ। ਰੋਜ਼ ਦਾ ਫਲ ਵਿੱਚੋਂ ਮਾਰ ਕੱਢੀਆਂ ਬੁਰੀਆਈਆਂ। ਜਿਹੜੀਆਂ ਇਹਦੇ ਅੰਦਰ ਊਣਤਾਈਆਂ ਨੇ ਨਾ, ਇਹਦੇ ਅੰਦਰ ਬਦੀਆਂ ਨੇ ਬੁਰੀਆਈਆਂ, ਪਰ ਗੁਰੂ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਕੱਢ ਦੇਣੀਆਂ ਨੇ। ਇੱਕ ਵਾਰ ਗੁਰੂ ਤਰੁੱਟ ਪਵੇ, ਬਸ ਰਹਿਮਤ ਦੇ ਘਰ ਵਿੱਚ ਆ ਜਾਵੇ, ਫਿਰ ਤੇ ਉਹਦੀ ਦ੍ਰਿਸ਼ਟੀ ਬਹੁਤ ਹੋਇਆ ਕਰਦੀ ਹੈ। ਉਹਦੀ ਦ੍ਰਿਸ਼ਟੀ ਕਾਫੀ ਹੁੰਦੀ ਹੈ। ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੈ ਸੁਣਿਓ। ਗੁਰੂ ਦੇ ਸ਼ਬਦ ਦੀ ਬਰਕਤ ਸੁਣਨ ਮਾਤਰ ਦੇ ਨਾਲ ਹੀ ਕਿਤਨੀ ਤਬਦੀਲੀ ਆ ਜਾਂਦੀ ਹੈ ਜ਼ਿੰਦਗੀ ਦੇ ਵਿੱਚ। ਕੱਚ ਨਾਮ ਸ਼ੀਸ਼ੇ ਦਾ ਹੈ ਔਰ ਕੰਚਨ ਨਾਮ ਸੋਨੇ ਦਾ ਹੈ। ਕਿੰਨਾ ਫਰਕ ਹੈ ਸ਼ੀਸ਼ੇ ਔਰ ਸੋਨੇ ਦੇ ਵਿੱਚ। ਇਹ ਤੇ ਸਮਝਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਮਾਤਰ ਹੈ, ਇੱਕ ਰੇਸ਼ੋ ਬਿਆਨ ਕੀਤੀ ਗਈ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਸਿਰਫ ਸੁਣਨ ਮਾਤਰ ਦੇ ਨਾਲ ਹੀ ਇਤਨੀ ਤਬਦੀਲੀ ਆ ਜਾਂਦੀ ਹੈ ਜੀਵਨ ਦੇ ਵਿੱਚ। ਸਤਿਗੁਰ ਹਾਂ ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੈ ਸੁਣਿਓ। ਔਰ ਦੇ ਗੁਰੂ ਦੇ ਉਪਦੇਸ਼ ਦਾ, ਗੁਰੂ ਦੇ ਬਖਸ਼ੇ ਨਾਮ ਦਾ ਉਚਾਰਨ ਕੀਤਾ ਜਾਵੇ ਜ਼ੁਬਾਨ ਦੇ ਨਾਲ, ਰਸਨਾ ਦੇ ਨਾਲ। ਬਿਖ ਤੇ ਅੰਮ੍ਰਿਤ ਹੋਇਓ। ਬਿਖ ਜ਼ਹਿਰ ਜਿਹੜੀ ਜੀਵਨ ਦੇ ਅੰਤ ਦਾ ਕਾਰਨ ਬਣਦੀ ਹੈ, ਔਰ ਅੰਮ੍ਰਿਤ ਉਸ ਵਸਤੂ ਨੂੰ ਮੰਨਿਆ ਗਿਆ ਹੈ ਜਿਹੜੀ ਮੁਰਦਿਆਂ ਨੂੰ ਵੀ ਜ਼ਿੰਦਾ ਕਰ ਦਿੰਦੀ ਹੈ। ਫਿਰ ਕਿੰਨਾ ਫਰਕ ਹੋਇਆ ਜ਼ਹਿਰ ਔਰ ਅੰਮ੍ਰਿਤ ਦੇ ਵਿੱਚ। ਇਹ ਵੀ ਸਮਝਾਉਣ ਵਾਸਤੇ ਇੱਕ ਉਦਾਹਰਣ ਮਾਤਰ ਹੈ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰੂ ਮੁਖ ਭਣਿਓ। ਗੁਰੂ ਦਾ ਬਖਸ਼ਿਆ ਨਾਮ, ਗੁਰੂ ਦਾ ਬਖਸ਼ਿਆ ਸ਼ਬਦ ਜਦੋਂ ਰਸਨਾ ਦੇ ਨਾਲ ਉਚਾਰਨ ਹੀ ਕੀਤਾ ਜਾਂਦਾ ਹੈ ਨਾ, ਬਸ ਇੰਨੀ ਤਬਦੀਲੀ ਆ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਜਿੰਨੀ ਤਬਦੀਲੀ ਜ਼ਹਿਰ ਔਰ ਅੰਮ੍ਰਿਤ ਦੇ ਵਿੱਚ ਹੈ। ਔਰ ਜੇ ਕਿਤੇ ਗੁਰੂ ਮਿਹਰ ਦੀ ਦ੍ਰਿਸ਼ਟੀ ਪਾ ਦੇਵੇ, ਫਿਰ ਤੇ ਕਹਿਣਾ ਕਿ ਆ ਲੋਹਿਓ ਹੋਇਓ ਲਾਲ, ਨਦਰ ਸਤਿਗੁਰ ਜਬ ਧਾਰ ਜਰ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀਖੰਡ ਸਤਿਗੁਰ ਕੀਓ,
दुख दरिद्र तिन के गए, सतगुरु चरण जिन परसिया। से पस प्रेत सुर नर पाए। बस गुरु ने मेहर प्रिया हाथ ही रखना सिर ते। कर हुक्म मस्तक हथ धर, विचों मार कढ़ियां बुराइयां। सहत उठै नाउ निध पाइयां। विचों मार कढ़ियां बुराइयां, गुरा ने सिर ते हथ रखिया। विचों मार कढ़ियां बुराइयां, गुरा ने सिर ते हथ रखिया। विचो मार कढ़िया बुराइया, गुरा ने सिर ते हथ रखिया। विचो मार कढ़िया बुराइया, गुरा ने सिर ते हथ रखिया। गुरा ने सिर ते नी 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 हथ रखिया। विचो मार कुंडिया मुरियाइया, गुरा ने सिर ते हथ रखिया। गुरा ने सिर ते हथ रखिया। गुरा ने सिर ते हथ रखिया। तो सार संगत आप सुनते रहे गुरु की पवित्र बाणी, बाणी रूपी ਅੰਮ੍ਰਿਤ ਨੂੰ ਛਕਦੇ ਰਹੇ ਕੰਨਾਂ ਦੇ ਡੂਨਿਆਂ ਦੁਆਰਾ। ਉਧਰ ਬੀਬੀ ਅਮਰੋ ਜੀ ਬਾਣੀ ਦਾ ਪਾਠ ਕਰ ਰਹੇ ਸਨ। ਬਾਣੀ ਦਾ ਭੋਗ ਵੀ ਪੈ ਗਿਆ, ਉਧਰ ਦੁੱਧ ਉੱਪਰ ਮੱਖਣ ਵੀ ਆ ਗਿਆ, ਇਤਨੇ ਨੂੰ ਪੌ ਫਟਾਲਾ ਵੀ ਹੋ ਗਿਆ। ਬਾਬਾ ਅਮਰਦਾਸ ਜੀ ਹੁਣ ਮਕਾਨ ਦੀ ਛੱਤ ਤੋਂ ਹੇਠ ਉਤਰੇ। ਜਿੱਥੇ ਬੈਠੇ ਬੀਬੀ ਅਮਰੋ ਜੀ ਦੁੱਧ ਰੜਕਦੇ ਸਨ, ਪਿੱਛੇ ਜਾ ਕੇ ਖੜੇ ਹੋ ਗਏ। ਆਵਾਜ਼ ਦਿੱਤੀ, ਬੇਟਾ ਇਹ ਅੰਮ੍ਰਿਤ ਵੇਲੇ ਤੋਂ ਤੂੰ ਕਿਸ ਬਜ਼ੁਰਗ ਦਾ ਕਲਾਮ, ਕਿਸ ਗੁਰੂ ਦੀ ਬਾਣੀ ਪੜ੍ਹ ਰਹੀ ਸੈਂ? ਬੀਬੀ ਅਮਰੋ ਜੀ ਨੇ ਪਿੱਛੇ ਪਰਤ ਕੇ ਦੇਖਿਆ ਵੀ ਬਜ਼ੁਰਗ ਖੜੇ ਨੇ। ਪਿਤਾ ਸਮਾਨ ਜਾਣ ਕੇ ਨਮਸਕਾਰ ਕੀਤੀ। ਪਿਤਾ ਜੀ ਉਹ ਇਹ
ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਹੈ। ਬੇਟਾ ਦੱਸ ਕਿੱਥੇ ਰਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ? ਬੀਬੀ ਅਮਰੋ ਜੀ ਨੇ ਫਿਰ ਉੱਤਰ ਦਿੱਤਾ ਕਿ ਪਿਤਾ ਜੀ ਉਹ ਤੇ ਸੱਤਾਂ ਦੀਪਾਂ ਨਵਾਂ ਖੰਡਾਂ ਦੀ ਸਾਰ ਲੈ ਕੇ ਹੁਣ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੇ ਦੂਸਰੇ ਸਰੂਪ ਦੂਸਰੇ ਗੁਰੂ ਨਾਨਕ ਮੇਰੇ ਗੁਰੂ ਪਿਤਾ ਉਹ ਖਡੂਰ ਸਾਹਿਬ ਜੋਤ ਜਗਾ ਰਹੇ ਨੇ। ਸਪੁੱਤਰੀ ਮੇਰਾ ਮਨ ਤੇ ਬੜਾ ਉਤਾਵਲਾ ਹੈ ਗੁਰੂ ਦੇ ਮਿਲਾਪ ਵਾਸਤੇ, ਬੜਾ ਬੇਹਵਲ ਹੈ। ਮੈਨੂੰ ਤੇ ਇੱਕ ਪਲ ਇੱਕ ਬੋਰੇ ਵਰਗਾ ਪ੍ਰਤੀਤ ਹੋ ਰਿਹਾ ਹੈ। ਤੂੰ ਮੇਰੇ ਤੇ ਰਹਿਮ ਕਰ, ਤਰਸ ਕਰ, ਮੈਨੂੰ ਇੱਕ ਵਾਰ ਗੁਰੂ ਸ਼ਰਨ ਵਿੱਚ ਪਹੁੰਚਾ ਦੇ, ਬੜੀ ਤੇਰੀ ਮਿਹਰਬਾਨੀ ਹੋਵੇਗੀ। ਬੀਬੀ ਅਮਰੋ ਜੀ ਕਹਿਣ ਲੱਗੇ ਪਿਤਾ ਜੀਓ ਠੀਕ ਹੈ, ਭਾਵੇਂ ਤੁਹਾਨੂੰ ਵੀ ਮੈਂ ਆਪਣੇ ਪਿਤਾ ਸਮਾਨ ਹੀ ਸਮਝਦੀ ਹਾਂ, ਪਰ ਆਪਣੇ ਗੁਰੂ ਪਿਤਾ ਨੂੰ ਉਹ ਤੇ ਮੇਰੇ ਵਾਸਤੇ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਨੇ। ਉਹਨਾਂ ਦਾ ਹੁਕਮ ਮੇਰੇ ਵਾਸਤੇ ਇਲਾਹੀ ਹੁਕਮ ਹੈ। ਪਰ ਉਹਨਾਂ ਦਾ ਹੁਕਮ ਇਹ ਹੈ ਕਿ ਕਦੀ ਬਿਨਾਂ ਬੁਲਾਏ ਖਡੂਰ ਸਾਹਿਬ ਨਹੀਂ ਆਉਣਾ। ਇਸ ਕਰਕੇ ਮੇਰੀ ਮਜਬੂਰੀ ਹੈ, ਬਿਨਾਂ ਬੁਲਾਏ ਤੇ ਮੈਂ ਜਾ ਨਹੀਂ ਸਕਦੀ। ਜਦੋਂ ਕਿ ਐਸਾ ਸਬਬ ਬਣੇਗਾ ਫਿਰ ਜ਼ਰੂਰ ਤੁਹਾਡੇ ਨਾਲ ਚਲੀ ਜਾਵਾਂਗੀ। ਬਾਬਾ ਅਮਰਦਾਸ ਜੀ ਕਹਿਣ ਲੱਗੇ ਸਪੁੱਤਰੀ ਇਸ ਗੱਲ ਦੀ ਖਿਮਾ ਤੁਹਾਡੇ ਗੁਰੂ ਪਿਤਾ ਦੇ ਪਾਸੋਂ ਮੈਂ ਮੰਗ ਲਵਾਂਗਾ, ਪਰ ਇੱਕ ਵਾਰ ਮੈਨੂੰ ਲਿਜਾ ਕੇ ਗੁਰੂ ਚਰਨਾਂ ਵਿੱਚ ਸੁੱਟ, ਬਸ ਸਾਰੀ ਜ਼ਿੰਦਗੀ ਤੇਰਾ ਅਹਿਸਾਨ ਨਹੀਂ ਭੁੱਲਾਂਗਾ। ਜਦੋਂ ਤਰਲਾ ਕੀਤਾ ਫਿਰ ਬੀਬੀ ਅਮਰੋ ਜੀ ਨਾਲ ਜਾਣ ਵਾਸਤੇ ਤਿਆਰ ਹੋ ਗਏ। ਪਹਿਲੀ ਗੱਡੀ ਪਰ ਸਵਾਰ ਹੋ ਗਏ। ਬਾਬਾ ਅਮਰਦਾਸ ਜੀ ਵੀ ਪਿੱਛੇ ਪਿੱਛੇ ਚੱਲ ਪਏ। ਹੁਣ ਪਹੁੰਚ ਗਏ ਖਡੂਰ ਸਾਹਿਬ। ਫਿਰ ਸਾਰੀ ਸੰਗਤ ਪਹਿਲੇ ਦਿਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਮਿਲਾਪ ਹੋਇਆ। ਬਸ ਗੁਰੂ ਕੇ ਦਰਸ਼ਨ ਮਾਤਰ ਕਰਕੇ ਹੀ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗੁਰੂ ਕੇ ਦਰਸ਼ਨਾਂ ਦੀ ਬਰਕਤ। ਸੋ ਕਹੋ ਟਲ ਗੁਰ ਸੇਵੀਐ। ਟਲ ਕਵੀ ਜੀ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਦੀ ਬਰਕਤ ਬਿਆਨ ਕਰਦੇ ਨੇ। ਸਾਡੇ ਅੱਜ ਕੱਲ੍ਹ ਦੇ ਵਿਦਵਾਨ ਉਹ ਤੇ ਟਲ ਕਵੀ ਜੀ ਦੀ ਗਿਣਤੀ ਨਹੀਂ ਕਰਦੇ ਭੱਟਾਂ ਦੇ ਵਿੱਚ। ਦੇਖੋ ਆਪਾਂ ਜਿਹੜੇ ਪੁਰਾਣੇ ਸੰਪਰਦਾਈ ਮਹਾਂਪੁਰਖ ਨੇ ਉਹਨਾਂ ਦੇ ਪਾਸੋਂ ਜਿਹੜੀ ਉਹਨਾਂ ਨੇ ਗਿਣਤੀ ਮਿਣਤੀ ਕੀਤੀ ਹੈ, ਉਹਨਾਂ ਦੇ ਮੁਤਾਬਕ ਭੱਟਾਂ ਦੀ ਗਿਣਤੀ ਹੈ 17। ਜਿਹੜੇ ਸਾਡੇ ਅੱਜ ਕੱਲ੍ਹ ਦੇ ਵਿਦਵਾਨ ਨੇ ਉਹਨਾਂ ਨੇ ਗਿਣਤੀ ਘਟਾ ਕੇ 11 ਕਰ ਦਿੱਤੀ ਹੈ। ਉਹ ਬਾਕੀ 6 ਭੱਟ ਕਿੱਧਰ ਚਲੇ ਗਏ? ਉਹਨਾਂ ਵਿੱਚੋਂ ਇੱਕ ਭਗਤ ਟਲ ਕਵੀ ਜੀ ਵੀ ਨੇ ਜਿਨ੍ਹਾਂ ਦੀ ਉਹਨਾਂ 11 ਵਿੱਚ ਕੋਈ ਗਿਣਤੀ ਹੀ ਨਹੀਂ। ਭਾਵੇਂ ਤੁਸੀਂ ਸ਼੍ਰੋਮਣੀ ਕਮੇਟੀ ਦਾ ਸ਼ਬਦਾਰਥ ਪੜ੍ਹ ਲਓ, ਭਾਵੇਂ ਮਹਾਨ ਕੋਸ਼ ਵਿੱਚ ਦੇਖ ਲਓ, ਟਲ ਕਵੀ ਦਾ ਭੱਟ ਦਾ ਨਾਮ ਹੈ, ਪਰ ਸਾਡੇ ਵਿਦਵਾਨ ਮੰਨਣ ਵਾਸਤੇ ਹੀ ਤਿਆਰ ਨਹੀਂ। ਇਹ ਟਲ ਕਵੀ ਜੀ ਕਥਨ ਕਰ ਰਹੇ ਨੇ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਕੇ ਦਰਸ਼ਨਾਂ ਦੀ ਐਸੀ ਬਰਕਤ ਹੈ। ਦਰਸ਼ਨ ਪਰਸਿਆ ਗੁਰੂ ਕੈ 68 ਮੱਜਨ ਹੋਏ। ਹੁਣ ਤੱਕ ਤੇ ਇਕੱਲੀ ਗੰਗਾ ਦਾ ਹੀ ਇਸ਼ਨਾਨ ਕਰਕੇ ਆਉਂਦੇ ਸਨ ਸਾਲ ਦੇ ਸਾਲ। ਹੁਣ ਗੁਰੂ ਕੇ ਦਰਸ਼ਨ ਮਾਤਰ ਕਰਕੇ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਫਿਰ ਸਾਧ ਸੰਗਤ ਜਿਵੇਂ ਆਪਨੇ ਸਤਿਗੁਰੂ ਜੀ ਦੇ ਦਰੋਂ ਘਰੋਂ ਸੇਵਾ ਕਰਕੇ ਬਰਕਤਾਂ ਹਾਸਲ ਕਰਨੀਆਂ ਹਨ, ਇਸ ਪ੍ਰਸੰਗ ਦੀ ਬਾਬਤ ਵਿਚਾਰ ਹੁਣ ਕੱਲ੍ਹ ਕਰਾਂਗੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪਿਛਲੇ 2 ਦਿਨ ਪਹਿਲੇ ਦਿਨ ਵੀ ਰੌੜਾ ਸਾਹਿਬ ਸੰਗਰਾਂਦ ਦਾ ਦੀਵਾਨ ਸੀ, ਅੱਜ ਉੱਥੇ ਐਤਵਾਰ ਦਾ ਦੀਵਾਨ ਸੀ। ਆਪ ਸਭਨਾਂ ਨੂੰ ਪਤਾ ਹੀ ਹੈ ਕਿ ਉੱਥੇ ਵੀ ਸੰਗਤ ਦੀ ਬਹੁਤ ਗਿਣਤੀ ਹੁੰਦੀ ਹੈ। ਇੱਕ ਸੰਗਤ ਦਾ ਹੁਣ ਨਿਯਮ ਬਣ ਗਿਆ, ਰੂਟੀਨ ਬਣ ਗਈ ਹੈ। ਹਰ ਐਤਵਾਰ ਨੂੰ ਸੰਗਤ ਦਾ ਬਹੁਤ ਵੱਡਾ ਜੋੜ ਮੇਲਾ ਹੁੰਦਾ ਹੈ। ਇਸ ਕਰਕੇ ਉੱਥੇ ਵੀ ਦੀਵਾਨ ਦੀ ਹਾਜ਼ਰੀ ਭਰਨੀ ਭਾਈ ਜ਼ਰੂਰੀ ਸੀ, ਜਿਸ ਕਰਕੇ ਇੱਥੇ ਖਿਮਾ ਕਰਨਾ ਦਾਸ
ਵੀ ਦੇਰੀ ਨਾਲ ਪਹੁੰਚਿਆ ਹੈ। ਆਉਣ ਵਾਲੇ ਜਿਹੜੇ 2 ਦਿਨ ਨੇ, ਕੱਲ੍ਹ ਔਰ ਪਰਸੋਂ, ਆਪਾਂ ਯਤਨ ਕਰਾਂਗੇ ਕਿ ਜਿਹੜਾ ਇਹ ਘਾਟਾ ਹੈ ਇਸ ਨੂੰ ਪੂਰਾ ਕੀਤਾ ਜਾਵੇ। ਜ਼ਿਆਦਾ ਵਕਤ ਗੁਰੂ ਕਾ ਪਵਿੱਤਰ ਜਸ ਕਰਕੇ ਕੀਰਤਨ ਦੁਆਰਾ ਹਾਜ਼ਰੀ ਭਰੀ ਜਾਵੇ। ਔਰ ਦੂਸਰੇ ਅੰਮ੍ਰਿਤ ਵਿਲਾਖੀ ਮਾਈ ਭਾਈ ਜਿਨ੍ਹਾਂ ਨੇ ਆਪਣਾ ਮਨ ਬਣਾਇਆ ਗੁਰੂ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਉਹ ਕੱਲ੍ਹ ਵੀ ਬੇਨਤੀ ਕੀਤੀ ਸੀ ਆਪਣੇ ਨਾਮ ਇੱਥੇ ਪ੍ਰਬੰਧਕਾਂ ਦੇ ਪਾਸ ਦਰਜ ਕਰਵਾ ਦਿਓ, ਤਾਂ ਜੋ ਫਿਰ ਉਸ ਹਿਸਾਬ ਨਾਲ ਇੰਤਜ਼ਾਮ ਹੋ ਸਕੇ। ਸਤਿਗੁਰੂ ਜੀ ਨੇ ਸਾਡੇ ਵਾਸਤੇ ਇਹ ਕਿਤਨਾ ਵੱਡਾ ਉਪਕਾਰ ਕੀਤਾ ਹੈ, ਸਾਨੂੰ ਕਿਤਨੀ ਵੱਡੀ ਦਾਤ ਬਖਸ਼ੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਉਹ ਅੰਮ੍ਰਿਤ ਪ੍ਰਾਪਤ ਹੁੰਦਾ ਜਿਸ ਨੂੰ ਦੇਵੀ ਦੇਵਤੇ ਵੀ ਲੋਚਦੇ ਨੇ। ਆਪਣਾ ਸਰਬੰਸ ਵਾਰ ਕੇ ਸਤਿਗੁਰੂ ਜੀ ਨੇ ਸਾਨੂੰ ਇਹ ਦਾਤ ਬਖਸ਼ੀ, ਆਪਣਾ ਖਾਸ ਰੂਪ ਦਿੱਤਾ। ਕੋਈ ਰਹਿਬਰ ਨਹੀਂ ਹੋਇਆ ਸੰਸਾਰ 'ਤੇ ਜਿਸ ਨੇ ਆਪਣੀ ਉਮਤ ਨੂੰ, ਆਪਣੇ ਪੈਰੋਕਾਰਾਂ ਨੂੰ ਆਪਣਾ ਹੀ ਰੂਪ ਬਖਸ਼ਿਆ ਹੋਵੇ। ਇਹ ਤਾਂ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਜਿਹੜੇ ਆਪਣੇ ਖਾਲਸੇ ਨੂੰ ਆਪਣਾ ਰੂਪ ਕਹਿ ਕੇ ਨਿਵਾਜ ਰਹੇ ਨੇ। ਖਾਲਸਾ ਮੇਰੋ ਰੂਪ ਹੈ ਖਾਸ। ਕਿਸੇ ਨੇ ਆਪਣੇ ਖਾਲਸੇ ਨੂੰ, ਆਪਣੇ ਪੈਰੋਕਾਰਾਂ ਨੂੰ, ਆਪਣੀ ਉਮਤ ਨੂੰ ਇਤਨਾ ਵੱਡਾ ਮਾਣ ਨਹੀਂ ਦਿੱਤਾ ਜਿਤਨਾ ਵੱਡਾ ਮਾਣ ਸਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗਏ ਨੇ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੋਈ ਰਹਿਬਰ ਨਹੀਂ ਹੋਇਆ ਸੰਸਾਰ 'ਤੇ ਜਿਸ ਨੇ ਮਨੁੱਖਤਾ ਵਾਸਤੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਹੋਵੇ। ਪਹਿਲਾਂ ਤਾਂ ਕੁਰਬਾਨੀ ਦੀ ਭਾਸ਼ਾ ਹੀ ਹੋਰ ਸੀ, ਜਾਂ ਕੁਰਬਾਨੀ ਦੀ ਪਰਿਭਾਸ਼ਾ ਹੀ ਹੋਰ ਸੀ। ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਉਹਦੇ ਅੱਗੇ ਕਿਸੇ ਜਾਨਵਰ ਨੂੰ ਝਟਕਾ ਦੇਣਾ, ਇਸੇ ਨੂੰ ਕੁਰਬਾਨੀ ਮੰਨਿਆ ਜਾਂਦਾ ਸੀ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਇਹ ਕੁਰਬਾਨੀ ਦੀ ਪਰਿਭਾਸ਼ਾ ਬਦਲ ਦਿੱਤੀ, ਧਰਮ ਵਾਸਤੇ ਆਪਣਾ ਪਿਤਾ ਕੁਰਬਾਨ ਕਰ ਦਿੱਤਾ, ਮਾਤਾ ਕੁਰਬਾਨ ਕਰ ਦਿੱਤੀ, 4 ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, 5 ਭੂਆ ਦੇ ਪੁੱਤਰ ਸਨ, ਭਰਾਵਾਂ ਦੇ ਥਾਂ ਲੱਗਣ ਵਾਲੇ, ਉਹ ਵੀ ਕੌਮ ਦੇ ਲੇਖੇ ਲਾ ਦਿੱਤੇ। ਕੌਣ ਹੋਇਆ ਸੰਸਾਰ 'ਤੇ ਐਸਾ ਰਹਿਬਰ ਜਿਸ ਨੇ ਮਨੁੱਖਤਾ ਵਾਸਤੇ ਇਤਨਾ ਵੱਡਾ ਦਾਨ ਦਿੱਤਾ ਹੋਵੇ, ਇਤਨੀਆਂ ਕੁਰਬਾਨੀਆਂ ਕੀਤੀਆਂ ਹੋਣ। ਸਾਡੇ ਅਤਿਅੰਤ ਵੱਡੇ ਭਾਗ ਨੇ ਜੋ ਸਾਨੂੰ ਐਸਾ ਸਮਰੱਥ ਗੁਰੂ ਮਿਲਿਆ ਹੈ। ਉਹਦੀ ਖੁਸ਼ੀ ਲੈਣ ਵਾਸਤੇ ਇਹ ਭਾਈ ਜ਼ਰੂਰੀ ਹੈ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਰਹਿਤਾਂ ਧਾਰਨ ਕਰਨੀਆਂ, ਕੁਰਹਿਤਾਂ ਦਾ ਤਿਆਗ ਕਰਨਾ, ਔਰ ਗੁਰਬਾਣੀ ਦੇ ਨਿਤਨੇਮੀ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਰਮਤਿ ਦੇ ਅਸੂਲਾਂ ਦੇ ਮੁਤਾਬਕ ਢਾਲਣਾ। ਜਿਨ੍ਹਾਂ ਨੇ ਅਜੇ ਤੱਕ ਭਾਈ ਗੁਰੂ ਕੀ ਖੁਸ਼ੀ ਨਹੀਂ ਲਈ, ਅਜੇ ਤੱਕ ਨਗੁਰੇਪਣ ਵਿੱਚ ਹੀ ਆਪਣਾ ਜਨਮ ਬਰਬਾਦ ਕਰ ਰਹੇ ਨੇ, ਉਹਨਾਂ ਵਾਸਤੇ ਅਵਸਰ ਹੈ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਕੇ ਜਹਾਜ਼ 'ਤੇ ਚੜ੍ਹੋ, ਤਾਂ ਜੋ ਇਹ ਪ੍ਰਬੰਧਕਾਂ ਦਾ ਕੀਤਾ ਹੋਇਆ ਪੁਰਸ਼ਾਰਥ ਸਫਲਾ ਹੋ ਸਕੇ। ਆਓ ਹੁਣ ਭਾਈ ਸ਼ਬਦ ਵਿੱਚ ਬੋਲ ਕੇ ਜਿਨ੍ਹਾਂ ਨੇ ਰਸਨਾ ਪਵਿੱਤਰ ਨਹੀਂ ਕੀਤੀ, ਹੁਣ ਗੁਰੂ ਸਤੋਤਰ ਪੜ੍ਹ ਲਓ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ
ਗੁਰੂ ਅਰਜਨ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕੁਦੇ ਨਾ ਡੋਲ ਵਾਹਿਗੁਰੂ ਬੋਲ ਕੁਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ।
ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ